किसान वीरों ते भैणों जय हिंद लैके हाज़र हाँ प्रोग्राम मेरा पिंड मेरे खेत। तो किसान वीरों ते भैणों अज असी अपने उस रवायती जिहड़ा असी एक स्टूडियो च बह के उत्थे सद के लोकां नाल खेतीबाड़ी दीयां गल्लां बातां करदे हाँ, उस तो थोड़ा जिहा अलग असी सोचा भी क्यों ना आपां भी थोड़ा खेतां वल घुम के आईए। आईदा तो रोज़ ही है तो अज आपां नाल सारिआं नूं लैके इत्थे आ गए। हुण जदों आपां खेती दी गल करदे हाँ, खेती दे विच अक्सर कहा जांदा सी उन्नत खेती, मध्यम वपार, नखिद्ध चाकरी, भीख नदार। खेती का वो जो उत्तम दर्जा सी ये पिछले कुछ टाइम तो पता नहीं क्यों खुसदा होर थल्ले जाता रहा। पर उहदे विच कुछ लोग जिन्हां ने नवीं सेध नवीआं पैड़ां पाईआं इस खेती दे काम दे विच असीं उन्हां कोल पहुंचण दी हुण कोशिश कर रहे हैं। तो इसे संदर्भ च अज असीं आए हैं जिला जलंधर दे पिंड तल्लण ते इत्थे दे एक सफल किसान ने, उन्हां नाल तुहाडी मुलाकात करावांगे। इन्हां दा नाम है सरदार सुखजिंदर सिंह। आओ आपां उन्हां दे चलीए। सत श्री अकाल सुखजिंदर जी। सत श्री अकाल तेजा जी। सत श्री अकाल जी। बहुत बहुत मेहरबानी जी। सत श्री अकाल। सत श्री अकाल जी साਰਿਆਂ ਨੂੰ। सत श्री अकाल जी। अच्छा मैनू एक गल दसो जी भाजी, वैसे अपने खेतीबाड़ी वाले ਜਿਹੜੇ ਬੰਦੇ ਹੁੰਦੇ ਆ जी भाजी ਹੈ जी भाजी, ਉਹ ਤਾਂ ਕਹਿੰਦੇ ਸਾਡੇ ਐ ਹੋ ਗਿਆ ਜੀ, ਸਾਡੇ ਕੰਮ ਨਹੀਂ ਚੱਲਦੇ ਹਨਾ जी। ਐਵੇਂ ਆਪਾਂ ਮਤਲਬ ਚਲੋ ਕੰਮਕਾਰ ਵੀ ਆਪਾਂ ਨੂੰ ਕਰਨੇ ਪੈਂਦੇ ਆ। ਤੁਹਾਡਾ ਕਿਤੇ ਲੱਗਦਾ ਹੀ ਨਹੀਂ ਮੈਨੂੰ ਖੇਤੀਬਾੜੀ ਤੁਸੀਂ ਕਰੀ ਜਾਂਦੇ ਆ। ਖੇਤੀਬਾੜੀ ਜਿਹੜੀ ਹੈਗੀ ਹੈ ਇਹ ਅੱਜ ਕੱਲ ਖੁਸ਼ਹਾਲ ਹੀ ਹੈ ਜੀ, ਪਰ ਬੰਦੇ ਨੂੰ ਆਪਣੇ ਕਰਨ ਦੇ ਤਰੀਕੇ ਹੋਣੇ ਚਾਹੀਦੇ ਨੇ ਖੇਤੀਬਾੜੀ ਨੂੰ। ਹਾਂ ਖੇਤੀਬਾੜੀ ਨੂੰ ਖੇਤੀ ਵਾਂਗੂ ਕਰਨਾ ਚਾਹੀਦਾ, ਆਪਣੇ ਪੁੱਤਾਂ ਵਾਂਗੂ ਦੇਖਣਾ ਚਾਹੀਦਾ ਜੀ। ਜਦੋਂ ਅਸੀਂ ਖੇਤੀਬਾੜੀ ਨੂੰ ਪੂਰੀ ਸਿਆਣਪ ਨਾਲ ਪੂਰੀ ਸਮਝਦਾਰੀ ਨਾਲ ਦੇਖਦੇ ਹਾਂ ਤਾਂ ਫਿਰ ਬੰਦਾ ਖੁਸ਼ਹਾਲ ਹੀ ਹੁੰਦਾ। ਤੇ ਇਹੋ ਜਿਹੀਆਂ ਡਰੈਸਾਂ ਪਾ ਕੇ ਹੀ ਬੰਦਾ ਕਰਦਾ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਾਰਾ ਦਿਨ ਖੇਤਾਂ ਦੇ ਵਿੱਚ ਲਿਬੜੇ ਹੀ ਰਹਿਣਾ। ਸਮੇਂ ਨਾਲ ਸਾਰਾ ਕੰਮ ਕਰਕੇ ਤੁਸੀਂ ਤਿਆਰ ਹੋ ਕੇ ਕਿਤੇ ਆਪਣਾ ਜ਼ਿੰਦਗੀ ਦਾ ਇੰਜੋਇਮੈਂਟ ਵੀ ਪੂਰਾ ਕਰ ਸਕਦੇ। ਬਿਲਕੁਲ ਬਿਲਕੁਲ, ਜ਼ਿੰਦਗੀ ਨੂੰ ਆਪਾਂ ਇੰਜੋਏ ਵੀ ਕਰ ਸਕਦੇ ਹਾਂ, ਜ਼ਿੰਦਗੀ ਦੇ ਮਜ਼ੇ ਵੀ ਲੁੱਟ ਸਕਦੇ ਹਾਂ ਜੀ। ਉਹ ਖੇਤੀਬਾੜੀ ਜਿਹੜੀ ਕਰਨ ਨੂੰ ਸਾਨੂੰ ਬਹੁਤ ਕੁਝ ਪਹਿਲਾਂ ਜਾਣਨਾ ਪੈਂਦਾ ਹੈ ਜੀ। ਨਹੀਂ ਤੇ ਆਮ ਲੋਕੀ ਇਹੀ ਗੱਲ ਕਹਿ ਕੇ ਆਪਾਂ ਸਾਰ ਦੇ ਹਾਲਾਂਕਿ ਘਾਟਾਂ ਕੋਈ ਸਾਡੇ 'ਚ ਵੀ ਹੁੰਦੀਆਂ ਜੀ ਵੀ ਭਾਈ ਖੇਤੀਬਾੜੀ ਘਾਟੇ ਦਾ ਧੰਦਾ ਹੈ ਜੀ, ਠੀਕ ਆ ਜੀ। ਤੇ ਅਸੀਂ ਇੰਨੀ ਗੱਲ ਕਹਿ ਕੇ ਤੇ ਮੁੜ ਕੇ ਚੁੱਪ ਚਪੀਤੇ ਜਾ ਕੇ ਘਰੇ ਬਹਿ ਜਾਂਦੇ ਆ ਜੀ। ਕੋਈ ਸਿੱਖਣਾ ਨਹੀਂ, ਕੋਈ ਸਮਝਣਾ ਨਹੀਂ ਜੀ। ਹੁਣ ਉਹ ਜਿਹੜੀ ਇੱਕ ਰਵਾਇਤੀ ਸਾਡੀ ਖੇਤੀ ਚੱਲਦੀ ਸੀ ਵੀ ਭਾਈ ਕਣਕ ਬੀਜ ਲਈ ਜੀ, ਝੋਨਾ ਬੀਜ ਲਿਆ, ਜੀ। ਉਹ ਵੱਢ ਲਿਆ, ਮੰਡੀ ਸਿੱਟਿਆ, ਪੈਸੇ ਲੈ ਕੇ ਜੇਬ 'ਚ ਪਾ ਕੇ ਘਰੇ ਆ ਗਏ। ਜੀ। ਹੁਣ ਉਹ ਖੇਤੀ ਨਹੀਂ ਰਹਿ ਗਈ ਜੀ ਤੁਸੀਂ ਉਹ ਕਿਹੜਾ ਅਲੱਗ ਤਰੀਕਾ ਅਪਣਾਉਂਦੇ ਆ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਭਾਈ ਤੁਸੀਂ ਖੇਤੀ ਨੂੰ ਇੱਕ ਕਿੱਤੇ ਦੇ ਤੌਰ ਤੇ ਅਪਣਾਇਆ ਵੀ ਹੋਇਆ ਜਦੋਂ ਕਿ ਸਾਡੀ ਨਵੀਂ ਪੀੜ੍ਹੀ ਤਾਂ ਦੂਰ ਹੋਈ ਜਾ ਰਹੀ ਹੈ। ਜੀ 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 ਜੀ। ਤੇ ਕੀ ਕਰਦੇ ਹੋ ਅਲੱਗ ਤੁਸੀਂ? ਤੀਜਾ ਜੀ ਗੱਲ ਇਸ ਤਰ੍ਹਾਂ ਹੈਗੀ ਆ ਕਿ ਪਹਿਲਾਂ ਜਿਹੜੀ ਖੇਤੀ ਸੀ ਉਹ ਸਾਡੇ ਬਜ਼ੁਰਗਾਂ ਤੋਂ, ਅਸੀਂ ਵੀ ਚਲੋ ਆਪਣੇ ਬਜ਼ੁਰਗਾਂ ਤੋਂ ਪਹਿਲਾਂ ਨਾਲ ਖੇਤੀ ਜੀ ਕਰਵਾਉਂਦੇ ਰਹੇ। ਉਨੇ ਸਾਧਨ ਨਹੀਂ ਹੁੰਦੇ ਸੀ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਹੈ ਜੀ। ਉਦੋਂ ਬਲਦਾਂ ਦੇ ਨਾਲ ਖੇਤੀ ਕਰਦੇ ਹੁੰਦੇ ਸੀ ਤੇ ਬੜੀ ਥੋੜੀ ਜਿਹੜੀ ਖੇਤੀ ਸੀ ਉਹ ਹੁੰਦੀ ਸੀ। ਪਾਣੀ ਦੇ ਪ੍ਰਬੰਧ ਨਹੀਂ ਸੀ ਇੰਨੇ। ਅੱਜ ਕੱਲ੍ਹ ਤੇ ਪਾਣੀ ਦੇ ਪ੍ਰਬੰਧ ਨੇ, ਨਾਲ ਮੋਟਰਾਂ ਵੀ ਨੇ, ਵੱਡੀਆਂ ਮੋਟਰਾਂ ਨੇ, ਪਾਣੀ ਦਾ ਪ੍ਰਬੰਧ ਹੈ ਤੇ ਖੇਤੀ ਜਿਹੜੇ ਸੰਦ ਨੇ ਉਹ ਸਾਡੇ ਕੋਲ ਪ੍ਰੋਪਰ ਨੇ। ਹਾਂ, ਜਿਹੜੇ ਨਵੇਂ ਮੰਨ ਲਓ ਸੁਸਾਇਟੀਆਂ ਦੇ ਵਿੱਚ ਵੀ ਜਿਹੜੇ ਖੇਤੀ ਸੰਦ ਨੇ ਉਹ ਪ੍ਰੋਪਰ ਵਰਕਆਊਟ ਕਰ ਰਹੇ ਨੇ। ਜੇ ਕਿਸੇ ਕਿਸਾਨ ਕੋਲ ਮੰਨ ਲਓ ਟਰੈਕਟਰ ਨਹੀਂਗਾ ਤੇ ਉਹ ਸੁਸਾਇਟੀ ਤੋਂ ਵੀ ਆਪਣਾ ਇਹ ਕੰਮ ਚਲਵਾ ਸਕਦਾ ਹੈ। ਅੱਛਾ। ਪਰ ਖੇਤੀ ਦਾ ਸਾਡਾ ਇੱਕ ਇਹ ਆ ਵੀ ਸਾਨੂੰ ਬਦਲਾਅ ਚਾਹੀਦਾ ਖੇਤੀ ਦੇ ਵਿੱਚ। ਬਦਲਾਅ ਚਾਹੀਦਾ। ਹਾਂਜੀ ਹਾਂਜੀ ਹਾਂਜੀ। ਅਸੀਂ ਇੱਕ ਖੇਤ ਦੇ ਵਿੱਚੋਂ 4 ਫਸਲਾਂ ਵੀ ਲੈ ਸਕਦੇ। ਉਹਦੇ ਲਈ ਸਾਨੂੰ ਪ੍ਰੋਪਰ ਆਪਣੇ ਮਾਈਂਡ ਤੋਂ ਸੋਚਣ ਦੀ ਲੋੜ ਹੈ, ਸਮੇਂ ਨਾਲ ਚੱਲਣ ਦੀ ਲੋੜ ਹੈ ਤੇ ਮਿਹਨਤ ਕਰਨ ਦੀ ਲੋੜ ਹੈ। ਤੁਸੀਂ ਟੋਟਲ ਕਿੰਨੀ ਕੁ ਖੇਤੀ ਕਰਦੇ ਹੋ? ਕਿੰਨੇ ਕੁ ਏਕੜ ਦੀ? ਮੈਂ 20 ਖੇਤ ਦੀ ਖੇਤੀ ਕਰਦਾ ਜੀ ਇਸ ਵੇਲੇ। 20 ਖੇਤ ਇਸ ਵੇਲੇ ਜੀ। ਅੱਛਾ, ਤੁਸੀਂ ਇੱਕ ਗੱਲ ਕੀਤੀ ਆ ਬਦਲਾਅ ਦੀ। ਜੀ। ਬਦਲਾਅ ਜਿਹਨੂੰ ਆਪਾਂ ਡਾਈਵਰਸੀਫਿਕੇਸ਼ਨ ਅੱਜ ਕੱਲ੍ਹ ਕਹਿੰਦੇ ਆ ਵੀ ਭਾਈ ਉਹ ਜਿਹੜਾ ਇੱਕ ਤਰੀਕਾ ਸੀ ਸਾਡਾ ਖੇਤੀ ਕਰਨ ਦਾ ਉਹ ਤੋਂ ਸਾਨੂੰ ਹਟਣਾ ਪੈਣਾ ਥੋੜਾ ਜਿਹਾ। ਜੀ। ਤੁਸੀਂ ਉਹ ਖੇਤੀ ਕਰਦੇ ਹੋ ਜੀ। ਉਹਦੇ ਵਿੱਚ ਤੁਹਾਨੂੰ ਮਤਲਬ ਇਹ ਕਿੱਦਾਂ ਲੱਗਾ ਜੀ ਵੀ ਭਾਈ ਮੈਨੂੰ ਆਹ ਚੀਜ਼ ਅਪਣਾਉਣ 'ਚ ਫਾਇਦਾ ਹੈ? ਤੁਸੀਂ ਉਹ ਕਿਹੜੀ ਸੋਚ ਹੈ ਜਾਂ ਕਹਿ ਲਓ ਵੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਕੋਈ ਪਿਤਾ ਪੁਰਖੀ ਕੰਮ ਹੁੰਦੇ ਆਪਣੇ ਖੇਤੀ ਦੇ, ਜੀ ਜੀ ਤੁਸੀਂ ਕਰਦੇ ਰਹੇ ਜੀ।
ਤੇ ਆਹ ਜਿਹੜਾ ਕੰਮ ਤੁਸੀਂ ਹੁਣ ਸ਼ੁਰੂ ਕੀਤਾ ਗੰਨੇ ਵਾਲਾ, ਜੀ ਇਹ ਕਦੋਂ ਕਿੱਧਰ ਨੂੰ ਮੁੜੇ ਤੁਸੀਂ? ਗੰਨੇ ਦਾ ਜਿਹੜਾ ਕਾਰੋਬਾਰ ਸੀ ਚਲੋ ਇਹਦਾ ਆਪਣਾ ਪ੍ਰੋਪਰ ਪਹਿਲਾਂ ਕਰਦੇ ਸੀ ਜਦੋਂ ਪੁਰਾਣੇ ਸਾਡੇ ਬਜ਼ੁਰਗ ਸੀਗੇ ਇੱਥੇ ਜੀ। ਉਦੋਂ ਆਮ ਜਿੱਦਾਂ ਸਾਰੇ ਕਿਸਾਨ ਜ਼ਿਆਦਾ ਖੂਹਾਂ ਤੇ ਆਪਣੇ ਕੰਮ ਕਰ ਸਾਰੇ ਕਰਦੇ ਹੁੰਦੇ, ਚਲੋ ਅਸੀਂ ਵੀ ਨਾਲ ਕਰਦੇ ਹੁੰਦੇ ਸੀਗੇ। ਤੇ ਗੰਨੇ ਦਾ ਜਿਹੜਾ ਉਦੋਂ ਕਾਰੋਬਾਰ ਹੁੰਦਾ ਸੀ ਉਹ ਕੋਈ ਧੰਦਾ ਨਹੀਂ ਸੀ ਹੁੰਦਾ ਜੀ। ਲੋਕ ਆਪਣੇ ਘਰਾਂ ਵਿੱਚ ਵਰਤਣ ਵਾਸਤੇ ਜਿਹੜਾ ਗੁੜ ਵਗੈਰਾ ਉਹ ਤਿਆਰ ਕਰਦੇ ਸੀ, ਪਰ ਹੌਲੀ ਹੌਲੀ ਜਿਉਂ-ਜਿਉਂ ਸਾਡੇ ਲੋਕ ਇੱਥੋਂ ਕੁਝ ਵਿਦੇਸ਼ਾਂ ਵਿੱਚ ਜਾ ਕੇ ਸੈੱਟ ਹੋ ਗਏ ਤੇ ਜਿਹੜੀ ਥੋੜੀ ਜੀ ਕਿਸਾਨੀ ਹੈ ਉਹ ਥੋੜਾ ਜਿਹਾ ਲੋਕਾਂ ਵਿੱਚ ਘਟੀ ਹੈ। ਕੁਝ ਲੋਕ ਜਿਹੜੇ ਇੱਥੇ ਰਹਿੰਦੇ ਨੇ ਜ਼ਿਆਦਾ। ਮੈਂ ਹਮੇਸ਼ਾ ਹੀ ਜਦੋਂ ਕਿਤੇ ਕੋਈ ਵੀ ਫਸਲ ਤੋਂ ਪਹਿਲਾਂ ਨਾ ਸਾਨੂੰ ਸਰਕਾਰੀ ਤੌਰ ਤੇ ਇਸ਼ਤਿਹਾਰ, ਅੱਜ ਕੱਲ੍ਹ ਗੂਗਲ ਦਾ ਜ਼ਮਾਨਾ ਹੈ, ਗੂਗਲ ਦੇ ਵਿੱਚ ਬਹੁਤ ਕੁਝ ਹੈਗਾ ਜੀ। ਮੇਰਾ ਇੱਕ ਆਪਣਾ ਨਿੱਜੀ ਤਜਰਬਾ ਹੈ ਕਿ ਮੈਂ ਹਮੇਸ਼ਾ ਨਵੀਂ ਤੋਂ ਨਵੀਂ ਫਸਲ ਨੂੰ ਤਰਜੀਹ ਦਿੰਦਾ ਕਿ ਜੇ ਮੈਂ ਬਾਸਮਤੀ ਇੱਕ ਸਾਲ ਮੈਂ ਦੇਖਿਆ 29-67 ਬੀਜੀ ਹੈ ਤੇ ਦੂਸਰੀ ਵਾਰ ਮੈਂ ਦੂਸਰਾ ਵੀ ਯੂਜ਼ ਕਰਨਾ ਹੈ। ਮਤਲਬ ਤਜਰਬਾ ਕਰਦੇ ਹੋ ਤਜਰਬਾ ਕਰਨਾ। ਖੇਤੀਬਾੜੀ ਜਿਹੜੀ ਆ ਨਾ ਉਹ ਇਹ ਨਹੀਂ ਵੀ ਇੱਕ ਚੀਜ਼ ਸਾਨੂੰ ਚੰਗੀ ਲੱਭ ਗਈ ਉਹਦੇ ਦੁਆਲੇ ਹੋ ਕੇ, ਜਿਹੜੀ ਵੀ ਨਵੀਂ ਚੀਜ਼ ਆਈ ਤੁਸੀਂ ਉੱਤੇ ਤਜਰਬਾ ਜ਼ਰੂਰ ਕਰਦੇ। ਬਿਲਕੁਲ ਤਜਰਬਾ ਕਰਨਾ ਚਾਹੀਦਾ ਤੇ ਤੁਹਾਨੂੰ ਉਹ ਤੋਂ ਹੀ ਤਜਰਬਾ ਹੁੰਦਾ ਹੈ ਕਿ ਹੁਣ ਗਾਂ ਸਾਨੂੰ ਕਿਹੜਾ ਪ੍ਰੋਡਕਟ ਜਾਂ ਕਿਹੜੀ ਫਸਲ ਸਾਨੂੰ ਉਹ ਬੀਜਣੀ ਚਾਹੀਦੀ ਹੈ। ਤੇ ਜਿਹੜਾ ਗੰਨੇ ਦਾ ਹੈਗਾ ਆ, ਗੰਨੇ ਦਾ ਰੁਝਾਨ ਇਸ ਕਰਕੇ ਹੈ ਕਿ ਅੱਜ ਕੱਲ੍ਹ ਜਿਹੜਾ ਅਸੀਂ ਆ ਗੁੜ ਵਗੈਰਾ ਜਿਹੜਾ ਕਰਦੇ ਆ ਇਹਦੀ ਬਹੁਤ ਲੋਕਾਂ ਵਿੱਚ ਡਿਮਾਂਡ ਹੈ। ਤੇ ਜਿਹੜਾ ਸਾਡਾ ਸ਼ਹਿਰੀ ਵਰਗ ਹੈ ਉਹ ਤਕਰੀਬਨ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸ਼ੂਗਰ ਤੋਂ ਲੋਕੀ ਬੜੇ ਪਰੇਸ਼ਾਨ ਨੇ। ਮੈਨੂੰ ਇਹ ਲੱਗਾ ਕਿ ਮੈਂ ਇਸ ਪ੍ਰੋਡਕਟ ਦੇ ਵਿੱਚੋਂ ਗੰਨਾ ਤਾਂ ਮੈਂ ਬੀਜਦਾ ਤੇ ਨਾਲ ਆਪਣੀ ਜਿਹੜੀ ਐਕਸਟਰਾ ਜਿਹੜੀ ਬੈਨੀਫਿਟਸ ਜਿਹੜੇ ਹੈਗੇ ਨੇ ਉਹਨੂੰ ਵਧਾਉਣ ਦੀ ਖਾਤਰ ਮੈਂ ਇਹ ਨਾਲ ਆਪਣੇ ਗੰਨੇ ਦਾ ਜਿਹੜਾ ਕੰਮ, ਗੁੜ ਦਾ ਵੀ ਨਾਲ ਕੰਮ ਸ਼ੁਰੂ ਕੀਤਾ ਹੈ। ਤੁਸੀਂ ਕਹਿੰਦੇ ਵੀ ਕਮਾਦ ਤਾਂ ਆਪਾਂ ਸਾਰੇ ਪੁਰਾਣਾ ਹੀ ਬੀਜਦੇ, ਪੁਰਾਣੇ ਅੱਜ ਨਵਾਂ ਨਹੀਂ ਬੀਜਣ ਲੱਗੇ ਵੀ ਆਪਾਂ ਹੁਣ ਕਮਾਦ ਲਾਉਣ ਲੱਗੇ ਆ ਜੀ, ਹਨਾ। ਤੇ ਆਪਾਂ ਪਹਿਲਾਂ ਮਿਲ ਲੈ ਕੇ ਜਾਂਦੇ ਹੋਵਾਂਗੇ ਗੰਨਾ ਜੀ, ਬਿਲਕੁਲ। ਉਸ ਤੋਂ ਬਾਅਦ ਤੁਸੀਂ ਆਹ ਉਪਰਾਲਾ ਕੀਤਾ ਵੀ ਭਾਈ ਕਿਉਂ ਨਾ ਆਪਾਂ ਗੁੜ ਬਣਾਇਆ ਜਾਵੇ। ਕੁਛ ਇਹ ਆ ਵੀ ਲੋਕੀ ਵੀ ਹੁਣ ਵੱਧ ਜਾਗਰੂਕ ਹੋ ਰਹੇ ਆਪਣੀ ਸਿਹਤ ਨੂੰ ਲੈ ਕੇ, ਬਿਲਕੁਲ, ਕਿਉਂਕਿ ਸਾਨੂੰ ਹੁਣ ਜਿਹੜਾ ਪੁਰਾਣਾ ਸਾਡਾ ਰਵਾਇਤੀ ਤਰੀਕਾ ਸੀ ਨਾ ਖਾਣ ਪੀਣ ਦਾ, ਸਾਨੂੰ ਉਹ ਲਿਆਉਣਾ ਪੈਣਾ। ਨਵੀਆਂ ਖੁਰਾਕਾਂ ਨੇ ਸਾਡੀ ਸਿਹਤ ਤੇ ਬਹੁਤ ਮਾੜਾ ਅਸਰ ਕੀਤਾ। ਬਿਲਕੁਲ। ਸੋ ਇਹਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਆ ਵੀ ਜਿਹੜਾ ਇੱਕ ਤਰੀਕਾ ਸੀ ਤੁਸੀਂ ਕਮਾਦ ਵੱਢਦੇ ਸੀ ਤੇ ਤੁਸੀਂ ਮਿਲ ਲੈ ਜਾਂਦੇ ਸੀ ਤੇ ਹੁਣ ਤੁਸੀਂ ਉਹ ਘਰੇ ਹੀ ਇੱਥੇ ਆਪਣੇ ਲਾਇਆ, ਚੁੱਭਾ ਲਾਏ ਆ, ਵੇਲਣੇ ਲੱਗੇ ਆ ਹਨਾ ਤੇ ਗੁੜ ਬਣਾਈ ਜਾਂਦੇ ਆ, ਕਿੰਨਾ ਕੁ ਤੁਹਾਨੂੰ ਫਰਕ ਲੱਗਦਾ ਉਹਦੇ ਨਾਲੋਂ ਤਾਂ ਇਸ ਕੰਮ 'ਚ, ਜੇ ਆਪਾਂ ਪੈਸਿਆਂ ਵਾਈਜ਼ ਪੁੱਛੀਏ ਤਾਂ? ਤੇਜਾ ਸਾਹਿਬ, ਜਿੱਦਾਂ ਕਿ ਮੈਨੂੰ ਇਹ ਤਜਰਬਾ ਕਰਨ ਦਾ ਹੀ ਸ਼ੌਂਕ ਹੈ। ਅੱਛਾ। ਮੈਂ ਜਦੋਂ ਆਪਾਂ ਕਿਤੇ ਵੀ ਰੋਡਾਂ ਤੇ ਜਾਂਦੇ ਆ ਤੇ ਆਪਾਂ ਦੇਖਦੇ ਸੀ ਵੇਲਣੇ ਲੱਗੇ ਹੋ ਤੇ ਮੇਰੇ ਵੀ ਮਨ 'ਚ ਆਇਆ ਕਿ ਸਾਡੇ ਵੀ ਚਲੋ ਇੱਥੇ ਗੁਰਦੁਆਰਾ ਸਾਹਿਬ ਹੈ ਤਲਣ ਸਾਹਿਬ, ਸੰਗਤ ਦਾ ਬਹੁਤ ਆਉਣਾ ਜਾਣਾ ਹੈ, ਕਾਫੀ ਸੰਗਤ ਆ। ਮੇਨ ਰੋਡ ਤੇ ਬੈਠੇ ਤੁਸੀਂ? ਮੇਨ ਰੋਡ ਤੇ ਬੈਠਾ ਹਾਂ ਜੀ। ਤੇ ਮੈਂ ਇੱਕ ਤਜਰਬੇ ਦੇ ਤੌਰ ਤੇ ਇਹਨੂੰ ਅੱਜ ਤੋਂ ਕੋਈ 8-9 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਜਦੋਂ ਮੈਂ ਇਹਨੂੰ ਸ਼ੁਰੂ ਕੀਤਾ ਤੇ ਜਦੋਂ ਲੋਕਾਂ ਨੇ ਪ੍ਰੋਡਕਟ ਸਾਡਾ ਲਿਆ, ਜਦੋਂ ਉਹਨੂੰ ਖਾਧਾ, ਜਦੋਂ ਮੈਂ ਉਹਨੂੰ ਜਾਣਕਾਰੀ ਦਿੱਤੀ ਤਾਂ ਲੋਕ ਬੜੇ ਖੁਸ਼ ਹੋਏ ਨੇ। ਅੱਛਾ। ਬਹੁਤ ਖੁਸ਼ ਹੋਏ ਔਰ ਮੇਰੇ ਕੋਲ ਇੰਨੀ ਕੁ ਡਿਮਾਂਡ ਹੋ ਗਈ ਤੇ ਮੈਂ ਉਹਨਾਂ ਨੂੰ ਪੂਰਾ ਕਰਕੇ ਦੇ ਨਹੀਂ ਸੀ ਸਕਦਾ ਕਿ ਲੋਕਾਂ ਦੀ ਡਿਮਾਂਡ ਬਹੁਤ ਹੋ ਗਈ। ਹਾਂਜੀ। ਕਿਉਂਕਿ ਚੰਗੀ ਚੀਜ਼ ਹਰ ਜਗ੍ਹਾ ਨਹੀਂ ਮਿਲਦੀ ਤੇ ਮੈਂ ਕੋਸ਼ਿਸ਼ ਕੀਤੀ। ਇੱਕ ਤਾਂ ਮੇਰਾ ਆਪਣਾ ਗੰਨਾ ਵੀ ਸੀਗਾ, ਇੱਕ ਮੈਂ ਉਹਨੂੰ ਇੱਕ ਤਰੀਕੇ ਦੇ ਤੌਰ ਤੇ ਲਿਆ, ਇਹਨੂੰ ਬਿਜ਼ਨਸ ਦੇ ਤੌਰ ਤੇ ਲਿਆ ਤੇ ਮੈਂ ਜਦੋਂ ਦੇਖਿਆ ਮੈਨੂੰ ਲੱਗਾ ਕਿ ਇਹਦੇ ਵਿੱਚ ਮੈਨੂੰ ਘੱਟ ਤੋਂ ਘੱਟ ਖੇਤ ਦੇ ਪਿੱਛੇ ਮੈਨੂੰ 1 ਲੱਖ ਦੀ ਐਕਸਟਰਾ ਜਿਹੜੀ ਉਹ ਕਮਾਈ, ਔਰ ਉਹਦੇ ਨਾਲ ਮੈਂ ਜਿੰਨੇ ਵੀ ਮੇਰੇ ਵਰਕਰ ਨੇ ਉਹਨਾਂ ਦਾ ਵੀ ਨਾਲ ਰੋਜ਼ਗਾਰ ਜਿਹੜਾ ਉਹ ਵੀ ਨਾਲ ਚੱਲਦਾ ਹੈ। ਅੱਛਾ। ਉਹ ਵੀ ਆਪਣੇ ਘਰਾਂ ਨੂੰ ਇੱਥੋਂ ਕੁਝ ਕਮਾ ਕੇ ਲੈ ਕੇ ਜਾਂਦੇ ਨੇ। ਠੀਕ ਆ ਜੀ। ਸੁਣਨ ਚ ਆਉਂਦਾ ਵੀ ਜਿੱਦਾਂ ਤੁਸੀਂ ਹੁਣ ਕਰਦੇ ਹੋ ਇੱਥੇ, ਹੈ ਨਾ ਜੀ, ਤੇ ਕਈ ਬੰਦਿਆਂ ਨੂੰ ਮੈਂ ਗੱਲ ਕੀਤੀ ਤੁਹਾਡੇ ਬਾਰੇ ਜਿਨ੍ਹਾਂ ਨੇ ਦੱਸਿਆ ਸਾਨੂੰ, ਉਹ ਤਾਂ ਕਹਿੰਦੇ ਆ ਤੁਹਾਡੇ ਵੇ ਨੰਬਰ ਲੱਗਦੇ ਆ, ਕਈ ਵਾਰੀ 4-4 ਦਿਨ ਹਫਤਾ ਉਡੀਕ ਕਰਨੀ ਪੈਂਦੀ ਆ, ਭਾਈ ਫਲਾਣੇ ਦਿਨ ਆ ਕੇ ਲੈ ਜੀ, ਤਾਂ ਥਾਂ ਹੀ ਨਹੀਂ ਹੁੰਦੀ। ਮੈਂ ਦੇਖ ਰਿਹਾ ਵੀ ਚੁੱਭੇ ਵੀ ਹੁਣ 2 ਚੱਲਣ ਡੇ ਤੁਹਾਡੇ। ਜੀ। ਤੀਜਾ ਜੀ, ਇਹ ਤਾਂ ਗੱਲ ਬਿਲਕੁਲ ਪੱਕੀ ਹੈ ਕਿ ਜਦੋਂ ਤੁਸੀਂ ਸੱਚ ਵੇਚਦੇ ਨਾ ਜੀ ਉਹ ਵਿਕਦਾ ਜੀ। ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਨੂੰ ਯਾਦ ਕਰਕੇ ਆਪਣਾ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਤੇ ਹਮੇਸ਼ਾ ਹੀ ਚੰਗੀ ਸੋਚ ਤੇ ਚੰਗੀ ਜਗ੍ਹਾ, ਕਿਉਂਕਿ ਮੇਰੇ ਆਪਣਾ ਪੰਜਾਬ ਹੈ ਜੀ, ਸਾਡੇ ਆਪਣੇ ਪੰਜਾਬੀ ਨੇ ਔਰ ਉਹਨਾਂ ਨੂੰ ਜਦੋਂ ਚੰਗੀ ਚੀਜ਼ ਦਿੰਦੇ ਆ ਤੇ ਉਹ ਬਿਲਕੁਲ ਇਹੀ ਗੱਲ ਹੈ, ਸਾਡੇ ਕੋਲੋਂ 10-10 ਦਿਨ ਦਾ ਵੀ ਲੋਕਾਂ ਨੂੰ ਟਾਈਮ ਦੇਣਾ ਪੈਂਦਾ ਜੀ। ਇਸ ਕਰਕੇ ਮੈਨੂੰ ਕਿਤੇ ਵੇਚਣ ਨਹੀਂ ਜਾਣਾ ਪੈਂਦਾ ਜੀ, ਮੈਂ ਕਿਤੇ ਨਹੀਂ ਜਾਂਦਾ, ਇੱਥੇ ਹੀ ਲੋਕਾਂ ਦੇ ਆਰਡਰ ਨੇ। ਤਕਰੀਬਨ ਮੰਨ ਲਓ ਰਾਜਸਥਾਨ ਤੋਂ, ਗੰਗਾ ਨਗਰ ਤੋਂ, ਅੱਛਾ,
ਮੰਨ ਲਓ ਬਾਹਰਲੀਆਂ ਕੰਟਰੀਆਂ ਤੋਂ ਹੀ ਲੋਕ ਬਾਹਰਲੀ ਕੰਟਰੀ ਲਈ ਜਾਂਦੇ ਨੇ ਸਾਡਾ। ਜਿਨ੍ਹਾਂ ਦੇ ਰਿਸ਼ਤੇਦਾਰ ਬਾਹਰ ਰਹਿੰਦੇ ਆ ਜੀ, ਉਹ ਤੁਹਾਡੇ ਕੋਲੋਂ ਪਹਿਲੇ ਬੁਕਿੰਗ ਕਰਾ ਲੈਂਦੇ ਵੇ ਭਾਈ ਫਲਾਣੇ ਦਿਨ ਨੂੰ ਨਹੀਂ ਵਾਪਸ ਜਾਣਾ ਹੈ ਜਾਂ ਕਿਸੇ ਨੇ ਜਾਣਾ ਉਹਨਾਂ ਕੋਲ ਗੁੜ ਪਹੁੰਚਾਉਣਾ ਹੈ। ਬਿਲਕੁਲ ਹਨਾ, ਇਹ ਬਹੁਤ ਵੱਡੀ ਗੱਲ ਹੁੰਦੀ ਆ ਜੀ ਵੀ ਕਿਸੇ ਵੀ ਕੋਈ ਕਾਰੋਬਾਰ ਆਪਾਂ ਇਸ ਲੈਵਲ ਤੱਕ ਲੈ ਜਾਈਏ ਜੀ ਹਨਾ, ਤੇ ਇੱਕ ਤੇ ਉਹ ਸਾਡੀ ਜਿਹੜੀ ਆ ਸਿਹਤ ਵਧੀਆ ਰੱਖੇ ਜੀ ਤੇ ਦੂਜਾ ਇਹ ਆ ਵੀ ਸਾਡੀ ਜੇਬ 'ਚ 4 ਪੈਸੇ ਵੀ ਵਾਧੂ ਆਉਣ ਜੀ ਤੇ ਇਹ ਬਹੁਤ ਵੱਡੀ ਗੱਲ ਆ। ਜੀ। ਅੱਛਾ, ਹੁਣ ਆਪਾਂ ਇੱਕ ਗੱਲ ਕਰਦੇ ਆ, ਫਿਰ ਤੁਹਾਡਾ ਚੁੱਬਾ ਵੀ ਦੇਖਦੇ ਆ ਵੀ ਤੁਸੀਂ ਜੀ ਕਿਵੇਂ ਕਰਦੇ ਹੋ। ਬਿਲਕੁਲ ਬਿਲਕੁਲ। ਇਹ ਜਦੋਂ ਆਪਾਂ ਗੁੜ ਦੀ ਗੱਲ ਕਰਦੇ ਆ, ਜੀ ਗੁੜ ਇੱਥੋਂ ਕਿਸੇ ਪਾਸੇ ਨੂੰ ਚਲ ਜਾਓ, ਵੇਲਣੇ ਲੱਗੇ ਹੋਏ ਆ, ਜੀ ਉਹ ਬਣਾਉਂਦੇ ਆ ਗੁੜ ਜੀ ਹਨਾ, ਜੀ ਤੇ ਲੋਕੀ ਇਹ ਵੀ ਬੜਾ ਗੱਲ ਕਰਦੇ ਆ ਵੀ ਭਾਈ ਇਹਦੇ ਵਿੱਚ ਮਿਲਾਵਟ ਬਹੁਤ ਹੈ ਜੀ ਹਨਾ। ਬਿਲਕੁਲ। ਉਹ ਮਿਲਾਵਟ ਜਿਹੜੀ ਆ ਉਹ ਕਿਵੇਂ ਜਿਹੜੀ ਆ ਉਹ ਤੁਹਾਨੂੰ ਕਿੱਦਾਂ ਅਫੈਕਟ ਕਰਦੀ ਹੈ, ਜਾਂ ਉਸ ਮਿਲਾਵਟ ਵਾਲਾ ਗੁੜ ਜਿਹੜਾ ਉਹ ਸਸਤਾ ਕੁਝ ਕਹਿੰਦੇ ਵੇਚੀ ਜਾਂਦੇ ਆ, ਕੁਝ ਇਦਾਂ ਦਾ ਤੁਹਾਨੂੰ ਫਰਕ ਪੈਂਦਾ ਤੁਹਾਡੀ ਮੰਡੀਕਾਰੀ ਦੇ ਵਿੱਚ? ਜਿਹੜੀ ਗੰਨੇ ਦੀ ਸ਼ੁਰੂਆਤ ਹੁੰਦੀ ਹੈ ਨਾ, ਅਸੀਂ ਜਿਹੜਾ ਬੇਲਣਾ ਲੋਕਾਂ ਦੀ ਡਿਮਾਂਡ ਤੇ ਨਵੰਬਰ ਮਹੀਨੇ ਸਾਨੂੰ ਇਹ ਸ਼ੁਰੂ ਕਰਨਾ ਪੈਂਦਾ ਜੀ, ਪੈਂਦਾ ਨਵੰਬਰ ਮਹੀਨੇ 'ਚ। ਜਦ ਕਿ ਉਸ ਵੇਲੇ ਜਿਹੜਾ ਗੰਨੇ ਦਾ ਜਿਹੜਾ ਝਾੜ ਹੈ ਉਹ ਬਹੁਤ ਘੱਟ ਥੋੜਾ ਕੱਚਾ ਹੁੰਦਾ, ਕੱਚਾ ਹੁੰਦਾ, ਹਾਂ ਕੱਚਾ ਹੁੰਦਾ। ਪਰ ਅਸੀਂ ਉਹ ਮੋਢਾ ਕਮਾਦ ਪਿਛਲੇ ਸਾਲ ਦਾ ਰੱਖਿਆ ਹੁੰਦਾ ਉਹਨੂੰ ਯੂਜ਼ ਕਰਦੇ ਹਾਂ। ਠੀਕ ਆ। ਪਰ ਉਹਦੇ ਨਾਲ ਜਦੋਂ ਅਸੀਂ ਉਹ ਕਰਦੇ ਹਾਂ ਸਾਨੂੰ ਸਿਰਫ 7 ਤੋਂ 8 ਕਿਲੋ ਜਿਹੜਾ ਝਾੜ ਉਹ ਦਿੱਤਾ ਜਾਂਦਾ ਜੀ, ਤੇ ਜਿਹੜਾ ਸਾਨੂੰ ਉਹ 12 ਨਹੀਂ ਖਾਂਦਾ ਜੀ, ਅੱਛਾ, ਕੋਸਟ ਨਹੀਂ ਕਰਦਾ। ਪਰ ਉਹ ਲੋਕਾਂ ਦੇ ਕਹਿਣ ਕਰਕੇ ਸਾਨੂੰ ਸ਼ੁਰੂਆਤ ਇਹ ਕਰਨੀ ਪੈਂਦੀ ਹੈ। ਜੀ ਜੀ ਜੀ, ਸਾਰਿਆਂ ਨੂੰ ਪਤਾ ਹੈ ਪੰਜਾਬੀ ਨੂੰ। ਬਾਕੀ ਜਿਹੜਾ ਮਿਲਾਵਟ ਦੀ ਗੱਲ ਹੈ ਜੀ, ਸਾਡੇ ਇਹ ਜਹਿਮ ਵਿੱਚ ਨਹੀਂ ਹੈਗੀ। ਸਾਨੂੰ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਅਸੀਂ ਕੋਈ ਮਿਲਾਵਟ ਨਹੀਂ ਕਰਨੀ, ਪ੍ਰਮਾਤਮਾ ਦਿੰਦਾ ਹੈ, ਜੋ ਮਿਲਦਾ ਉਹ 'ਚ ਸਾਨੂੰ ਸਬਰ ਹੈ ਜੀ ਬਹੁਤ। ਸੁਖਜਿੰਦਰ ਜੀ, ਆ ਮਿਲਾਵਟ ਵਾਲੀ ਗੱਲ ਤਾਂ ਆਪਾਂ ਕਰੀ ਜਾਣੀ ਨਾਲ ਨਾਲ। ਆਓ ਪਹਿਲਾਂ ਤੁਹਾਡਾ ਚੁੱਬਾ ਦੇਖੀਏ ਆਪਾਂ ਕਿਵੇਂ ਕਰਦੇ ਹੋ। ਆਓ ਜੀ ਆਓ ਜੀ ਆਓ ਜੀ ਆਓ। ਸੁਖਜਿੰਦਰ ਜੀ, ਗੁੜ ਦੇ ਲਈ ਤੁਸੀਂ ਕਿੰਨਾ ਕੁ ਕਮਾਦ ਬੀਜਦੇ ਆ ਜੀ? ਭਾਜੀ ਜਿੱਦਾਂ ਅਸੀਂ ਕਮਾਦ ਪਹਿਲਾਂ ਤਾਂ ਕੁਛ ਮੈਂ ਜ਼ਿਆਦਾ ਬੀਜਦਾ ਸੀਗਾ, ਅੱਛਾ, ਪਰ ਮੇਰੀ ਜਿੱਦਾਂ 6-7 ਖੇਤ ਦੀ ਕੋਸਟ ਹੈਗੀ, ਜਿਹੜਾ 6-7 ਖੇਤ ਮੈਂ ਸੀਜ਼ਨ ਦੇ ਵਿੱਚ ਉਹ ਮੇਰੇ ਨਿਕਲ ਜਾਂਦੇ ਨੇ, ਮਤਲਬ ਜਿੰਨਾ ਕੁ ਸਾਂਭਦੇ ਹੋ। ਜੀ ਜੀ। ਇਸ ਕਰਕੇ ਜਿਹੜਾ ਬਾਕੀ ਗੰਨਾ ਸੀ ਮੈਂ ਮਿੱਲ ਵਾਲਾ ਉਹ ਬੰਦ ਕਰਤਾ ਜੀ। ਅੱਛਾ, ਹੁਣ ਸਿਰਫ ਮੈਂ ਜਿਹੜਾ ਗੁੜ ਵਾਸਤੇ ਜਿਹੜਾ ਵਧੀਆ ਗੰਨਾ 85 ਜਿਹਨੂੰ ਕਮਾਦ ਆਪਾਂ ਸਾਰੇ ਠੀਕ ਆ, ਸਾਡੇ ਕਿਸਾਨ ਭਰਾ ਜਾਣਦੇ ਨੇ, ਹਾਂ, ਮੈਂ ਉਹੀ ਵਰਤਣਾ ਜੀ। ਬਸ ਉਹ 5-6 ਖੇਤਰੀ ਜਿਹੜੀ ਹੈਗਾ ਉਹ ਸਾਡਾ ਉਹਨਾਂ ਕੁ ਪੀ ਲਈਦਾ ਜੀ। ਜੇ ਤਾਂ ਆਪਾਂ ਪਹਿਲਾਂ ਬਾਹਰ ਖੜੇ ਗੱਲ ਕਰਦੇ ਸੀਗੇ, ਜਦੋਂ ਆਪਾਂ ਮਿਲਾਵਟ ਦੀ ਗੱਲ ਕਰਦੇ ਆ ਜੀ, ਤੇ ਮਿਲਾਵਟ ਇੱਕ ਤੇ ਉਹ ਆ ਜਿਹੜੀ ਲੋਕੀ ਗੁੜ ਬਣਾਉਂਦੇ ਹੋਏ ਉਹਦੇ 'ਚ ਕੋਈ ਪੁੱਠੀਆਂ ਸਿੱਧੀਆਂ ਚੀਜ਼ਾਂ ਪਾ ਲੈਣੀਆਂ, ਜਾਂ ਗੁੜ ਦੀ ਸਫਾਈ ਜਿਹੜੀ ਕਰਦੇ ਆ ਉਹ ਸਫਾਈ ਜਿਹੜੀ ਆ ਗਲਤ ਕੈਮੀਕਲ ਕੋਈ ਵਰਤ ਲੈਣਾ, ਕੋਈ ਇਹੋ ਜਿਹੀਆਂ ਚੀਜ਼ਾਂ ਕਰ ਲੈਣੀਆਂ ਜੀ। ਦੂਜੀ ਜਦੋਂ ਆਪਾਂ ਮਿਲਾਵਟ ਦੀ ਗੱਲ ਕਰਦੇ ਆ, ਉਹ ਗੰਨਾ ਉਗਾਉਣ ਤੋਂ ਸ਼ੁਰੂ ਹੋ ਜਾਂਦੀ ਆ। ਜਦੋਂ ਆਪਾਂ ਗੰਨਾ ਉਗਾਉਨੇ ਆ ਜੀ, ਉਦੋਂ ਕਈ ਜਿਹੜੀਆਂ ਆਪਾਂ ਜ਼ਹਿਰਾਂ ਵਰਤਦੇ ਆ ਜਾਂ ਕੁਝ ਖਾਦਾਂ ਵਰਤਦੇ ਆ, ਜੀ, ਲੋੜ ਤੋਂ ਜ਼ਿਆਦਾ ਵਰਤ ਲੈਂਦੇ ਆ, ਜੀ ਜੀ, ਉੱਥੋਂ ਹੀ ਮਿਲਾਵਟ ਸਾਡੀ ਸ਼ੁਰੂ ਹੋ ਜਾਂਦੀ ਹੈ। ਉਹਦਾ ਵੀ ਕੋਈ ਖਿਆਲ ਰੱਖਦੇ ਹੋ ਤਾਂ ਕਿ ਸਾਡਾ ਜਿਹੜਾ ਗੁੜ ਹੈ ਜਦੋਂ ਕਿਸੇ ਨੇ ਖਾਣਾ ਹੈ ਜੀ, ਤੇ ਉਹ ਸਹੀ ਤਰੀਕੇ ਦਾ ਗੁੜ ਸਹੀ ਬੰਦਿਆਂ ਕੋਲ ਪਹੁੰਚੇ? ਤੀਜਾ ਜੀ, ਗੱਲ ਤੇ ਤੁਹਾਡੀ ਬਿਲਕੁਲ ਸਹੀ ਹੈ, ਪਰ ਅੱਜ ਕੱਲ ਦੇ ਜਿੱਦਾਂ ਹੁਣ ਮੌਸਮ ਦੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਜੀ ਇਹ ਜੀ। ਜੇ ਤੇ ਬਾਰਿਸ਼ ਵਗੈਰਾ ਜਿਹੜੀ ਆ ਉਹ ਪ੍ਰੋਪਰ ਤਰੀਕੇ ਨਾਲ ਹੋ ਜਾਏ, ਫਿਰ ਸਾਨੂੰ ਸਪਰੇਅ ਦੀ ਨਹੀਂ ਜ਼ਰੂਰਤ ਪੈਂਦੀ। ਅੱਛਾ, ਕਿਉਂਕਿ ਉਹਦੇ ਨਾਲ ਸਾਡੀ ਵੀ ਕਾਸਟ ਵੱਧਦੀ ਹੈ। ਸਪਰੇਆਂ ਅੱਜ ਕੱਲ ਮਹਿੰਗੀਆਂ ਬਹੁਤ ਨੇ, ਪਰ ਜਿਹੜੀਆਂ ਸਪਰੇਆਂ ਜ਼ਿਆਦਾ ਹਾਨੀਕਾਰਕ ਆ ਉਹ ਮੈਂ ਨਹੀਂ ਵਰਤਦਾ, ਨਹੀਂ ਵਰਤਦੇ, ਬਿਲਕੁਲ ਨਹੀਂ ਵਰਤਦਾ। ਕਿਉਂਕਿ ਕਈਆਂ ਸਪਰੇਆਂ ਦਾ ਅਸਰ ਬਿਲਕੁਲ ਸਾਲ ਗੰਨੇ 'ਚ ਰਹਿੰਦਾ ਜੀ। ਹਾਂਜੀ ਹਾਂਜੀ, ਉਹ ਸਪਰੇਅ ਅਸੀਂ ਨਹੀਂ ਵਰਤਦੇ। ਬਲ ਜਿਹੜੀ ਨਾਰਮਲ ਸਪਰੇਅ ਆ, ਜੇ ਤੇ ਮੀਂਹ ਪੈਂਦੇ ਤਾਂ ਫਿਰ ਤਾਂ ਸਪਰੇਅ ਕਰੀਦੀ ਨਹੀਂ, ਕੋਸ਼ਿਸ਼ ਕਰਦੇ ਵੀ ਨਹੀਂ ਸਪਰੇਅ ਕਰਨੀ। ਜੇ ਲੋੜ ਪੈਂਦੀ ਤਾਂ ਬਹੁਤ ਹਲਕੀ ਜਿਹੜੀ ਸਪਰੇਅ ਆ ਉਹੀ ਕਰੀਦੀ ਕਰਦੇ ਜੀ। ਜਦੋਂ ਤੁਸੀਂ ਗੱਲ ਕਰਦੇ ਸੀਗੇ ਜਿੱਦਾਂ ਵਧੀਆ ਗੁੜ ਹੈ ਜੀ, ਉਹ ਕੀ ਮਤਲਬ ਉਹਦੀਆਂ ਨਿਸ਼ਾਨੀਆਂ ਆ, ਜਾਂ ਜਿਹੜੀ ਦੂਜੇ ਲੋਕੀ ਇੱਕ ਤਾਂ ਇਹੀ ਆਪਾਂ ਮੰਨਦੇ ਆ ਨਾ ਵੀ ਜਦੋਂ ਚਾਹ ਬਣਾਉਂਦੇ ਉਹ ਚਾਹ ਫਟਦੀ ਹੁੰਦੀ ਆ ਜੀ, ਮਾੜਾ ਕੋਈ ਕੈਮੀਕਲ ਵਰਤਿਆ ਹੋਵੇ ਸਫਾਈ ਕਰਨ ਨੂੰ, ਜੀ ਜੀ, ਉਹ ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਗੁੜ ਦੇ ਵਿੱਚ ਉਸ ਨਾਲੋਂ ਵੱਖਰੀ ਹੈ ਜੀ? ਤੇ ਲੋਕੀ ਤਾਂ ਗੁੜ ਬਹੁਤ ਸਸਤਾ ਵੀ ਵੇਚੀ ਜਾਂਦੇ ਆ। ਜਦੋਂ ਆਪਾਂ ਜੀਟੀ ਰੋਡ ਤੇ ਜਾਈਦਾ ਤਾਂ ਆਵੇਂ ਹੀ ਲੋਕਾਂ ਨੇ 40 45 ਰੁਪਏ ਨੂੰ ਵੀ ਕਈ ਵੇਚੀ ਜਾਂਦੇ ਆ। ਬਿਲਕੁਲ ਬਿਲਕੁਲ ਤੇਜਾ ਜੀ, ਇਹ ਤੇ ਬਹੁਤ ਜ਼ਿਆਦਾ ਗੱਲ ਜ਼ਰੂਰੀ ਹੈ। ਪਿੱਛੇ ਅੱਜ ਤੋਂ 2-3 ਸਾਲ ਬੜਾ ਉਪਰਾਲਾ ਕੀਤਾ ਸੀ ਨਾ, ਬੇੜਿਆਂ ਦੇ ਖਿਲਾਫ ਐਕਸ਼ਨ ਲਏ ਸੀਗੇ ਜੀ। ਉਸ ਟਾਈਮ ਸਾਡੇ ਵੀ ਆਏ ਸੀਗੇ। ਅੱਛਾ, ਪਰ ਮੇਰੇ ਤੋਂ ਖੁਸ਼ ਹੋ ਕੇ ਤਾਂ ਮੈਨੂੰ ਤਾਂ ਨਹੀਂ ਸ਼ਾਬਾਸ਼ ਦੇ ਗਏ ਸੀਗੇ, ਅੱਛਾ, ਤੇ ਆਪਣੇ ਖੇਤੀਬਾੜੀ ਡਿਪਾਰਟਮੈਂਟ ਤੋਂ। ਉਹ ਜਦੋਂ ਵੀ ਕਿਤੇ ਕੋਈ ਮੀਟਿੰਗ ਹੁੰਦੀ ਹੈ ਮੈਨੂੰ ਬੁਲਾਉਂਦੇ ਵੀ ਨੇ ਉੱਥੇ। ਠੀਕ ਆ। ਤੇ ਪਰ
ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ ਉਹ ਦੁਬਾਰਾ ਕਾਰਵਾਈ ਜਿਹੜੀ ਹੋਈ ਨਹੀਂ। ਹਾਂ। ਮਿਲਾਵਟਖੋਰੀ ਜਿਹੜੀ ਹੈਗੀ ਹੈ ਬਹੁਤ ਹੀ ਜ਼ਿਆਦਾ ਹੋ ਰਹੀ ਹੈ, ਜ਼ਿਆਦਾ ਹੋ ਗਈ ਬੇੜਿਆਂ ਦੇ ਵਿੱਚ। ਹਾਂਜੀ, ਠੀਕ ਆ। ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਆਪਾਂ ਨਵੰਬਰ ਮਹੀਨੇ ਇਹਨੂੰ ਸ਼ੁਰੂ ਕਰਦੇ ਆ ਨਾ, ਉਸ ਟਾਈਮ ਜਿਹੜਾ ਗੰਨੇ ਦਾ ਝਾੜ ਹੁੰਦਾ ਬਹੁਤ ਜ਼ਿਆਦਾ ਘੱਟ ਹੁੰਦਾ, ਮਸੀਂ 7-8 ਕਿਲੋ ਐਵਰੇਜ ਇਹਦੀ ਆਉਂਦੀ ਹੈ। ਹਾਂਜੀ। ਤੇ ਜੇ ਉਹ 40-45 ਰੁਪਏ ਕੋਈ ਕਿਲੋ ਵੇਚਦਾ ਤੇ ਉਹ ਤਾਂ ਉਹਨੂੰ 360 ਰੁਪਏ ਗੰਨੇ ਦਾ ਭਾਅ ਜੀ, ਉਹ ਤੇ 100-150 ਰੁਪਇਆ ਖਰਚਾ ਆਉਂਦਾ, ਲੇਬਰ ਹੈ, ਤੇਲ ਹੈ। ਬਿਲਕੁਲ। ਤੇ ਮੰਨ ਲਓ ਉਹ ਤਾਂ ਫਿਰ 20 ਰੁਪਏ ਘੱਟ 'ਚ ਵੇਚ ਲਿਆ ਜੀ, ਚਲੋ ਕਿੱਥੋਂ ਵੇਚ ਲਏਗਾ ਉਹ। ਹਾਂ। ਸੋ ਇਸ ਕਰਕੇ ਜਿਹੜਾ ਮਿਲਾਵਟਖੋਰੀ ਮੈਂ ਦੇਖੀ ਵੀ ਹੈ, ਮੈਨੂੰ ਪਤਾ ਵੀ ਹੈ, ਇਹ ਕੋਈ ਪੁਰਾਣਾ ਜਿਹੜਾ ਕੋਈ ਗੁੜ ਵਗੈਰਾ ਹੁੰਦਾ ਉਹ ਵਿੱਚ ਪਾ ਕੇ, ਕਈ ਕਹਿੰਦੇ ਖੰਡ ਪਾਈ ਜਾਂਦੇ ਆ, ਉਹ ਜਿਹੜੀ ਮਾੜਾ ਬੂਰਾ ਜਿਹਾ ਹੁੰਦਾ ਉਹ ਪਾਈ ਜਾਂਦੇ ਮਾੜਾ। ਯੈਸ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ ਤਕਰੀਬਨ ਬਹੁਤ ਸਾਰੇ ਜਿਹੜੇ ਆਪਣੇ ਨਾ ਪੰਜਾਬੀ ਭਰਾ ਜਿਹੜੇ ਕੰਮ ਕਰਦੇ ਆ, ਉਹ ਨਹੀਂ ਕਦੇ ਇਹੋ ਜਿਹਾ ਕੰਮ ਕਰਦੇ ਹੋਣਗੇ, ਕਿਉਂਕਿ ਉਹਨਾਂ ਲਈ ਦਰਦ ਹੈ ਹਮੇਸ਼ਾ ਆਪਣੇ ਪੰਜਾਬ ਲਈ। ਉਹ ਪੰਜਾਬ ਬਾਰੇ ਸੋਚਦੇ ਨੇ ਜੀ। ਇਹ ਜਿਹੜੇ ਬਾਹਰੋਂ ਕੰਮੇ ਆਉਂਦੇ ਆ ਉਹਨਾਂ ਨੇ ਵੇਲਣੇ ਲਾਏ ਹੋਏ। ਹਾਂ, ਉਹਨਾਂ ਨੇ ਲਾਏ ਹੋਏ ਆ ਜੀ। ਉਹ ਕਾਫੀ ਜਿੱਦਾਂ ਮਿਲਾਵਟਖੋਰੀ ਕਰਕੇ ਫਿਰ ਸਸਤਾ ਜਿਹੜਾ ਮੰਡੀਆਂ। ਪਰ ਮੇਰੀ ਤਾਂ ਇੱਕ ਬੇਨਤੀ ਆਪਣੇ ਪੰਜਾਬੀ ਵੀਰਾਂ ਨੂੰ, ਪੰਜਾਬ ਨੂੰ, ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਗੁੜ ਦੀ ਪਰਖ ਕਰਕੇ ਲਿਆ ਕਰੋ। ਜਿੱਥੇ ਕਿਤੇ ਤੁਹਾਨੂੰ ਲੱਗਦਾ ਵੀ ਇੱਥੇ ਦੇਸੀ ਮਿਲਣਾ, ਤੁਸੀਂ ਜਿੱਦਾਂ ਹੁਣ ਤੇਜਾ ਜੀ ਦੇਖੋ, ਇੱਕ ਗੱਲ ਹੈ, ਮੈਂ ਆਪਣਾ ਅੰਦਰ ਖੋਲਿਆ ਜੀ। ਬਿਲਕੁਲ। ਮੈਂ ਆਪਣੀ ਕੋਈ ਵੀ ਟੋਕਰੀ ਰੱਖੀ ਨਹੀਂ ਬਾਹਰ। ਬਿਲਕੁਲ। ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਪਤਾ ਨਹੀਂ ਲੱਗਦਾ ਤੁਸੀਂ ਬਾਹਰ ਰੱਖੋ, ਪਰ ਮੈਂ ਹਮੇਸ਼ਾ ਇਹ ਕਹਿੰਦਾ ਤੁਸੀਂ ਅੰਦਰ ਆਓ, ਦੇਖੋ, ਕੁਰਸੀਆਂ ਡਿੱਠੀਆਂ ਨੇ, ਟਾਈਮ ਹੈਗਾ ਤੇ ਬਹਿ ਕੇ ਬਣਾ ਕੇ ਲੈ ਕੇ ਜਾਓ। ਨਹੀਂ, ਤੁਹਾਡੇ ਬਾਰੇ ਤਾਂ ਮੈਂ ਜਿਹੜੀ ਗੱਲ ਕਹਿਣਾ ਉਹ ਕਹਿੰਦੇ ਹੁੰਦੇ ਆ ਨਾ, ਮੈਂ ਮਿੱਤਰਾਂ ਦਾ ਨਾਂ ਚੱਲਦਾ ਵੀ ਤੁਹਾਡਾ ਤੇ ਨਾਂ ਹੀ ਬੜਾ ਇਸ ਏਰੀਏ ਦੇ ਵਿੱਚ ਵੀ ਹਾਂ ਵੀ ਜੇ ਗੁੜ ਲਿਆਉਣਾ ਦਾ ਕਿਤੇ ਉੱਥੋਂ ਲੈ ਕੇ ਆਓ। ਜੀ। ਅੱਛਾ, ਹੁਣ ਜਿੱਦਾਂ ਇੱਕ ਦਿਨ 'ਚ ਤੁਹਾਡੇ 2 ਚੁੱਭੇ ਨੇ ਜੀ, ਕਿੰਨੀ ਕੁ ਪ੍ਰੋਡਕਸ਼ਨ ਕਰ ਲੈਂਦੇ ਹੋ, ਕਿੰਨਾ ਕੁ ਗੁੜ ਜਿਹੜਾ ਤੁਸੀਂ ਬਣਾ ਲੈਂਦੇ ਹੋ? ਅਸੀਂ ਤੇਜਾ ਜੀ 2 ਤੋਂ 2.5 ਕੁਆਂਟਲ ਸਾਡੀ ਦਿਹਾੜੀ ਦੀ ਜਿਹੜੀ ਐਵਰੇਜ ਹੈ। ਅੱਛਾ। 2 ਤੋਂ 2.5 ਕੁਆਂਟਲ ਸਾਨੂੰ ਬਣਾਉਣਾ ਹੀ ਪੈਂਦਾ। ਇਹ ਵਿਚਾਰੇ ਮੁੰਡਿਆਂ ਨੂੰ ਸਵੇਰੇ ਮੈਂ ਕਿਸੇ 4 ਵਜੇ ਵੀ ਲਾਉਣਾ ਜੀ। ਅੱਛਾ ਜੀ। ਇਹ ਲੋਕ ਕਿਉਂਕਿ ਸਾਡੇ ਤੁਹਾਨੂੰ ਦੱਸਿਆ ਵੀ ਗੁਰਦੁਆਰਾ ਸਾਹਿਬ ਕਰਕੇ ਸੰਗਤ ਬਹੁਤ ਦੂਰੋਂ ਆਉਂਦੀ ਹੈ ਜੀ, ਆਉਂਦੀ ਹੈ, ਖਾਸ ਕਰਕੇ ਐਤਵਾਰ ਨੂੰ ਮੈਂ ਦੇਖਿਆ ਉਦੋਂ ਬਹੁਤ ਰਸ਼। ਐਤਵਾਰ ਵੀ ਆਉਂਦੀ, ਜਾਂ ਬੁੱਧਵਾਰ, ਜਾਂ ਉਹਨੀ ਸ਼ੁੱਕਰਵਾਰ ਆਉਣਾ ਨਾ, ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਨੇ। ਹਾਂਜੀ। ਤੇ ਕਿਸੇ ਵੇਲੇ ਰਾਜਪੁਰੇ ਤੋਂ ਫੋਨ ਆ ਗਿਆ, ਕਿਸੇ ਵੇਲੇ ਪਟਿਆਲੇ ਤੋਂ ਫੋਨ ਆ ਗਿਆ। ਅੱਛਾ, ਐਡੀ ਦੂਰੋਂ? ਫਿਰ ਹਾਂਜੀ। ਤੇ ਫਿਰ ਉਹਨਾਂ ਲਈ ਸਾਨੂੰ ਪਹਿਲਾਂ ਤਿਆਰ ਕਰਕੇ ਰੱਖਣਾ ਪੈਂਦਾ। ਠੀਕ ਆ ਜੀ। ਤੇ ਕਿਉਂਕਿ ਸਾਡੇ ਕੋਲ ਜਿੱਦਾਂ ਹੁਣ ਅਸੀਂ ਸਵੇਰ ਦਾ ਸ਼ੁਰੂ ਕੀਤਾ ਜੀ, ਇਹ ਸ਼ਾਮ ਤੱਕ ਸਾਰਾ, ਤੁਸੀਂ ਵੀ ਕਈ ਵਾਰੀ ਤੁਹਾਨੂੰ ਵੀ ਕਿਹੜਾ ਜਵਾਬ ਦੇਣਾ ਪੈਂਦਾ। ਆਉਂਦਾ ਮੈਂ ਤੇਜਾ ਜੀ ਤੁਸੀਂ ਅੱਜ ਸਾਡੇ ਕੋਲ ਹੈ ਨਹੀਂਗਾ, ਤੇ ਇਸ ਕਰਕੇ ਆ ਵੀ ਇਹ ਸਾਡੀ 2.5 ਕੁਆਂਟਲ ਦੀ ਜਿਹੜੀ ਐਵਰੇਜ ਰੋਜ਼ ਹੈਗੀ, ਰੋਜ਼ ਆ ਜਾਂਦੀ। ਜੀ। ਅੱਛਾ। ਤੇ ਇਹ ਫੇ ਜਿੱਦਾਂ ਤੁਸੀਂ ਗੁੜ ਜਿਹੜਾ ਬਣਾ ਲਿਆ ਜੀ, ਹਨਾ ਜੀ, ਇਹ ਕਿੰਨੇ ਕ ਮਤਲਬ ਜਿੱਦਾਂ ਤੁਹਾਡੇ ਮੈਂ ਸੁਣਿਆ ਵੀ ਨੰਬਰ ਲੱਗਦੇ ਆ ਜੀ, ਤੇ ਇਹ ਕਦੋਂ ਤੱਕ ਤੁਸੀਂ ਮਤਲਬ ਕਦੋਂ ਤੱਕ ਇਹ ਤੁਹਾਡਾ ਵੇਲਣੇ ਚੱਲਦੇ ਰਹਿੰਦੇ ਆ? ਜਿੱਦਾਂ 5-6 ਮਹੀਨੇ ਦਾ ਪ੍ਰੋਸੈਸ ਆ ਟੋਟਲ? ਹਾਂਜੀ, 6 ਮਹੀਨੇ ਜਦੋਂ ਸਾਡਾ ਲਾਸਟ ਜਦੋਂ ਗੰਨਾ ਜਿਹੜਾ ਹੁਣ 85 ਕਮਾਦ ਆ, ਇਹ ਜਦੋਂ ਨੂੰ ਮਾਰਚ ਮਹੀਨੇ ਖਤਮ ਹੋ ਜਾਏ ਜਾਂ ਅਪ੍ਰੈਲ 'ਚ, ਅੱਛਾ, ਅਸੀਂ ਤਕਰੀਬਨ ਰੱਖੀਦਾ ਵੀ ਅਸੀਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਉਦੋਂ ਅਸੀਂ ਸਮਾਪਤੀ ਕਰਨੀ ਹੁੰਦੀ ਆ। ਅੱਛਾ। ਪਰ ਜੇ ਸਾਡੇ ਕੋਲ ਗੰਨਾ ਹੋਵੇ ਤਾਂ ਫਿਰ ਅਸੀਂ ਉਹਨੂੰ 2-4 ਦਿਨ ਵੱਧ ਵੀ ਚਲਾ ਲਈਦਾ। ਪਰ ਉਸ ਤੋਂ ਬਾਅਦ ਫਿਰ ਤੋਂ ਗਰਮੀ ਹੋਣ ਕਰਕੇ ਗੁੜ ਬਣਦਾ ਵੀ ਹੈ ਨਹੀਂਗਾ। ਤੇ ਸਾਡੀ ਇਹ ਵੀ ਬੇਨਤੀ ਹੁੰਦੀ ਕਿ ਉਸ ਟਾਈਮ ਦਾ ਗੁੜ ਤੁਸੀਂ ਲੋਕ ਲੈਣ ਬਿਨਾ। ਹਾਂਜੀ, ਜ਼ਿਆਦਾ ਗਰਮੀ ਵਾਲਾ ਮਤਲਬ ਜਿੰਨੇ ਕੁ ਤੁਸੀਂ ਰੱਖੇ ਹੋਏ ਕਾਮੇ ਵੀ ਆਪਣੇ ਸਾਰੇ ਤੁਹਾਨੂੰ ਬੜਾ ਪਿਆਰ ਕਰਦੇ ਇਹੋ। ਬਿਲਕੁਲ ਜੀ, ਬਿਲਕੁਲ। ਤੇ ਇਹ ਮਤਲਬ ਸਾਰਾ ਖਰਚਾ ਕੱਢ ਕੇ ਤੇ ਜੇਬ 'ਚ ਕਾਫੀ ਪੈਸਾ ਮਤਲਬ ਛੱਡ ਕੇ ਜਾਂਦਾ ਸਾਨੂੰ। ਚਲੋ ਇਹਨਾਂ ਦਾ ਹਾਂਜੀ, ਬਿਲਕੁਲ ਜੀ, ਕਿਉਂ ਇਹ ਬਿਲਕੁਲ ਠੀਕ ਹੈ। ਅਸੀਂ ਆਪਣਾ ਜਿਹੜਾ ਘਰ ਬਾਰੇ ਇਹਨਾਂ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਜੀ। ਸੁਖਜਿੰਦਰ ਜੀ, ਅੱਜ ਅਸੀਂ ਇੱਥੇ ਆਏ ਤੁਹਾਡੇ ਕੋਲ, ਤੁਹਾਡੇ ਵੇਲਣੇ ਤੇ ਪਹੁੰਚੇ, ਹੈ ਗੁੜ ਬਣਦਾ ਦੇਖਿਆ। ਠੀਕ ਹੈ। ਮੈਂ ਕਿਤੇ ਸਾਨੂੰ ਦੂਰੋਂ ਹੀ ਆ ਗਏ ਸੀ, ਖਾ ਕੇ ਵੀ ਦੇਖਿਆ, ਸੋ ਬੜਾ ਮਜ਼ਾ ਆਇਆ ਤੇ ਗੱਲਬਾਤ ਕੀਤੀ ਤਾਂ ਕਿ ਤੁਹਾਡੇ ਤੋਂ ਪ੍ਰੇਰਿਤ ਹੋ ਕੇ ਹੋਰ ਲੋਕ ਵੀ ਇਦਾਂ ਦੇ ਕੰਮਾਂ ਨਾਲ ਜੁੜਨ। ਇੱਕ ਤਾਂ ਸਾਡੇ ਰਵਾਇਤੀ ਕੰਮ ਆ ਤੇ ਦੂਜਾ ਇਹ ਆ ਵੀ ਉਹਦੇ ਨਾਲ ਅਸੀਂ ਆਪਣੇ ਜਿਹੜੇ ਪੰਜਾਬੀ ਭਰਾ ਹੈਗੇ ਆ ਉਹਨਾਂ ਨੂੰ ਕੁਝ ਖਾਣ ਨੂੰ ਵਧੀਆ ਦੇ ਸਕੀਏ। ਤੇ ਇਹਦੇ ਨਾਲ ਵੱਡੀ ਤਸੱਲੀ ਸਾਡੀ ਹੋਰ ਕੋਈ ਨਹੀਂ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਮਜ਼ਾ ਆਇਆ। ਬਹੁਤ ਬਹੁਤ ਧੰਨਵਾਦ। ਜੈ ਹਿੰਦ ਜੀ। जय हिंद। भारत सरकार का हर प्रयास किसानों को दे रहा है एक नई आस। देश के किसानों की खुशहाली और उन्हें आत्मनिर्भर बनाने के लिए भारत सरकार समर्पित है। प्रधानमंत्री श्री नरेंद्र मोदी जी के नेतृत्व में कृषि क्षेत्र में किए गए निरंतर प्रयासों के फलस्वरूप देश खाद्यान्न व बागवानी के क्षेत्र में आत्मनिर्भर हो चुका है और देश में दलहन का उत्पादन भी बढ़ा है। इसी तरह भारत सरकार ने खाद्य तेलों के उत्पादन को बढ़ाने के भी अनेक प्रयास किए हैं। इसी क्रम को आगे बढ़ाते हुए माननीय प्रधानमंत्री श्री नरेंद्र मोदी जी के नेतृत्व में भारत सरकार ने दूरदर्शी निर्णय लेते हुए राष्ट्रीय खाद्य तेल मिशन ऑयल पाम की शुरुआत की है। इस मिशन से देश भर के किसानों को बहुत लाभ मिलेगा। कृषि के पूंजी निवेश में वृद्धि होगी
खाद्य तेल आयात पर देश की निर्भरता कम होगी और रोजगार के नए अवसर पैदा होंगे। खाने के तेल में आत्मनिर्भरता के लिए अब राष्ट्रीय खाद्य तेल मिशन ऑयल पाम का संकल्प लिया गया है। इससे किसानों को तो सीधा लाभ होगा ही, गरीब और मध्यम वर्ग के परिवारों को सस्ता और अच्छी क्वालिटी का तेल भी मिलेगा। यही नहीं, ये मिशन बड़े स्तर पर रोजगार का निर्माण करेगा। इस मिशन के अंतर्गत ऑयल पाम का रकबा और पैदावार बढ़ाने पर जोर देने के लिए सरकार ने 11,000 करोड़ रुपए से अधिक की सहायता राशि निर्धारित की है। मिशन के तहत सरकार ने ऑयल पाम की खेती के लिए रोपण आदि की सहायता में बढ़ोतरी करते हुए पहले मिलने वाले 12,000 रुपए प्रति हेक्टेयर को बढ़ाकर 29,000 रुपए प्रति हेक्टेयर तक कर दिया है। ऑयल पाम के पुराने बागों के पुनरुद्धार के लिए 250 रुपए प्रति पौधा के हिसाब से विशेष सहायता दी जा रही है। पौधारोपण सामग्री की कमी दूर करने और बीजों की पैदावार करने वाले बागों को भी सहायता दी जाएगी। इसके तहत 15 हेक्टेयर ऑयल पाम उद्यान के लिए 80 लाख रुपए तक की सहायता राशि दी जाएगी। इसके अलावा नर्सरी विकास के लिए 40 लाख रुपए तक तय किए गए हैं। पूर्वोत्तर और अंडमान राज्यों के लिए विशेष सहायता का भी प्रावधान है। ऑयल पाम के किसान ताजे फलों के गुच्छे यानी FFB का उत्पादन करते हैं, जिनकी वर्तमान में कीमतें अंतर्राष्ट्रीय मूल्यों में उतार चढ़ाव के आधार पर तय होती हैं। पहली बार केंद्र सरकार ताजे फलों के गुच्छे की कीमत के लिए किसानों को आश्वासन दे रही है। ये व्यवहार्यता मूल्य यानी VP कहलाएगा, यानी किसानों को कोई घाटा नहीं होने दिया जाएगा। व्यवहार्यता मूल्य VP तय करने की शुरुआत 1 नवंबर से होगी और अगले वर्ष 31 अक्टूबर तक जारी रहेगी। इसे ऑयल पाम वर्ष कहा जाएगा। इस योजना के तहत वर्ष 2025-26 तक ऑयल पाम का रकबा 6.5 लाख हेक्टेयर सृजित करने और कच्चे ऑयल पाम की पैदावार वर्ष 2025-26 तक 11.20 लाख टन पहुंचाने का लक्ष्य निर्धारित किया गया है। सरकार के इस महत्वपूर्ण निर्णय से देश में ऑयल पाम की खेती करने वाले किसानों में विश्वास पैदा होगा और वे खेती का रकबा बढ़ाएंगे। इस तरह पाम ऑयल का उत्पादन भी बढ़ेगा, जिससे किसानों की आय बढ़ेगी और ग्रामीण अर्थव्यवस्था भी सुदृढ़ होगी।